इन न्यूज़ पंजाब, हरियाणा, हिमाचल। ਤੇ ਅਸੀਂ ਇਹ ਇਕੱਠ ਕਰ ਰਹੇ ਹਾਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਮਰ ਜਿਵੜਿਆਂ ਦੀ ਭਰਤੀ ਸ਼ੁਰੂ ਕੀਤੀ 83 ਦੇ ਵਿੱਚ, ਤਾਂ ਕਿਸੇ ਨੇ ਪੁੱਛ ਲਿਆ ਵੀ ਕੀ ਤੁਸੀਂ ਕੌਮ ਨੂੰ ਆਜ਼ਾਦ ਕਰਾ ਲੋਗੇ? ਤਾਂ ਸੰਤ ਬਾਬਾ ਜੀ ਦਾ ਇੱਕੋ ਹੀ ਜਵਾਬ ਸੀਗਾ ਵੀ ਜੇ ਮੈਂ ਕੌਮ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਕੌਮ ਗੁਲਾਮ ਹੈ ਤੇ ਫਿਰ ਆਜ਼ਾਦ ਆਪੇ ਹੀ ਹੋ ਜਾਵੇਗੀ। ਹਰਿਆਣੇ ਤੋਂ ਜੱਟ ਵੀਰ ਆਇਆ, ਉਹਨੇ ਚਾਦਰ ਬੱਧੀ ਹੋਈ ਸੀ ਤੇ ਸਿਰ ਤੇ ਉਹਨਾਂ ਨੇ ਮਤਲਬ ਜਟਕੀ ਪੱਗ ਬੰਨੀ ਹੋਈ ਸੀਗੀ ਤੇ ਉਹ ਸੰਤਾਂ ਕੋਲ ਆਇਆ। ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਲੰਗਰ ਵਾਲੀ ਛੱਤ ਦੇ ਉੱਤੇ ਹੁੰਦੇ ਸੀਗੇ, ਤਾਂ ਉਸ ਵੀਰ ਨੇ ਵਿੱਚੋਂ ਸੰਗਤ ਚੋਂ ਉੱਠ ਕੇ ਸੰਤ ਬਾਬਾ ਜਰਨੈਲ ਸਿੰਘ ਨੂੰ ਇਹ ਗੱਲ ਆਖੀ ਬਈ ਕਿਸੇ ਵੀ ਬਾਪ ਦੀ ਧੀ ਜਦੋਂ 18 ਸਾਲ ਦੀ ਹੋ ਜਾਂਦੀ ਹੈ ਤੇ ਉਸ ਮਾਂ ਬਾਪ ਨੂੰ ਰਾਤ ਨੀਂਦ ਨਹੀਂ ਆਉਂਦੀ, ਧੀ ਜਵਾਨ ਹੋ ਗਈ ਹੈ ਤੇ ਇਹਨੂੰ ਅਸੀਂ ਇਹਦੇ ਆਪਣੇ ਘਰ ਹੀ ਜਤਮਾਨ ਨਾਲ ਪਹੁੰਚਾਉਣਾ। ਤਾਂ ਮੈਂ ਸੰਤ ਜੀ ਇਹ ਗੱਲ ਸਮਝਦਾ ਹਾਂ ਬਈ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਸ਼ਾਂਤੀ 40 ਸਾਲ ਦੀ ਹੋ ਗਈ ਹੈ ਤੇ ਪਤਾ ਨਹੀਂ ਕਦੋਂ ਵਿਆਉਣਗੇ। ਤਾਂ ਸਾਰੀ ਸੰਗਤ ਠਾਕਾ ਮਾਰ ਕੇ ਹੱਥ ਮਾਰ ਕੇ ਹੱਸੀ। ਤਾਂ ਸੰਤ ਬਾਬਾ ਜਰਨੈਲ ਸਿੰਘ ਨੇ ਅੱਗੋਂ ਇਹ ਗੱਲ ਆਖੀ ਬਈ ਕੋਈ ਜ਼ਰੂਰੀ ਨਹੀਂ ਹੁੰਦਾ ਬਈ ਸਾਰੀ ਕੌਮ ਇੱਕ ਮਤ ਹੋਵੇ ਤੇ ਸਾਰੇ ਹੀ ਸ਼ਾਂਤੀ ਦਾ ਵਿਆਹ ਕਰਨ ਦੇ, ਸਾਰੇ ਹੀ ਉੱਥੇ ਸ਼ਿਰਕਤ ਕਰਨ ਵਿਆਹ ਦੇ ਵਿੱਚ। ਹੋ ਸਕਦਾ ਸੰਤ ਜਰਨੈਲ ਸਿੰਘ ਵਿਆਹ ਦੇਵੇ। ਸੋ ਜਿਹੜੀ ਸ਼ਾਂਤੀ 40 ਸਾਲ ਦੀ ਬੁੱਢੀ ਹੋ ਗਈ ਸੀਗੀ ਤੇ ਵਿਆਹਣ ਦਾ ਕੋਈ ਨਾਂ ਨਹੀਂ ਸੀ ਲੈ ਰਿਹਾ,
ਉਹਨੂੰ ਜੂਨ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬੜੀ ਸ਼ਾਨੋ ਸ਼ੌਕਤ ਨਾਲ ਵਿਆਹਿਆ। ਤਾਂ ਹਿੱਕ ਠੋਕ ਕੇ ਜਦੋਂ ਮੇਰੀਆਂ ਗੱਲਾਂ ਜ਼ਿਆਦਾ ਧਿਆਨ ਨਾਲ ਸੁਣਨ ਵਾਲੀਆਂ ਨੇ ਜਕਾਰੇ ਬਾਝੇ ਲਾ ਲਿਓ ਵੀਰੋ, ਮੈਨੂੰ ਪਤਾ ਤੁਸੀਂ ਬੜੇ ਜੋਸ਼ ਵਿੱਚ ਆਇਓ। ਤਾਂ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪੁੱਛਿਆ ਬਈ ਜੇ ਫੌਜ ਚੜ੍ਹ ਕੇ ਆਉਂਦੀ ਹੈ ਤੇ ਤੁਸੀਂ ਕੀ ਕਰੋਗੇ, ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਚੂੜੀਆਂ ਨਹੀਂ ਪਾਈਆਂ ਹੋਈਆਂ, ਆਉਣ ਦਿਓ, ਟਰੱਕ ਭਰ ਕੇ ਤੋਰਾਂਗਾ ਤੇ ਲੋਹੇ ਦੇ ਚਣੇ ਚਬਾਵਾਂਗਾ। ਤਾਂ ਕੋਈ ਐਸਾ ਕੌਮ ਦਾ ਆਗੂ, ਕੋਈ ਐਸਾ ਕੌਮ ਦਾ ਆਗੂ ਜਿਹੜਾ ਇਹ ਆਖੇ ਬਈ ਮੈਨੂੰ ਘਰ ਦਾ ਪਰਿਵਾਰ ਦਾ ਕੋਈ ਮੋਹ ਨਹੀਂ ਹੈਗਾ, ਤੇ ਜਿਹਦੀ ਇੰਨੀ ਬੰਦਗੀ ਹੋਵੇ, ਜਿਹਦਾ ਇੰਨਾ ਕਰੈਕਟਰ ਉੱਚਾ ਹੋਵੇ, ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਵੇ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਵੇ, ਆਪਣੇ ਧਰਮ ਦੇ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦਾ ਹੋਵੇ, ਤਾਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਚੈਲੰਜ ਕਰਦਾ ਹੋਵੇ। ਤਾਂ ਫੌਜ ਜਦੋਂ 6.5 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਆਈ ਤੇ 1,30,000 ਫੌਜ ਕੱਲੀ ਦਰਬਾਰ ਸਾਹਿਬ ਨੂੰ ਘੇਰਾ ਪਾ ਕੇ ਬੈਠੀ। ਤਾਂ ਵੀਰੋ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੋ 72 ਘੰਟੇ ਦੇ ਵਿੱਚ ਇਸ ਜ਼ਾਲਮ ਹੁਕਮਰਾਨ ਨੂੰ ਜੋ ਲੋਹੇ ਦੇ ਚਣੇ ਚਬਾਏ, ਉਹਦੇ ਵਿੱਚ ਮੈਂ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਦੇਖਿਆ, ਆਪਣੇ ਪਿੰਡੇ ਤੇ ਹਿੱਸਿਆ, ਔਰ ਉਹਦੇ ਵਿੱਚੋਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਨਿਕਲੇ। ਉਸ ਸਾਕੇ ਦੇ ਵਿੱਚੋਂ ਇੰਦਰਾ ਗਾਂਧੀ ਦੇ ਦੋ ਜਿਹੜੇ ਉਹਦਾ ਕਾਲ ਰੂਪ ਬਣ ਕੇ ਤਿਆਰ ਹੋ ਕੇ ਜਿਹਨਾਂ ਨੇ ਇੰਦਰਾ ਗਾਂਧੀ ਦੀਆਂ ਬੋਟੀਆਂ ਉਡਾਈਆਂ, ਉਹਦੀ ਪ੍ਰਾਪਤੀ ਸੀ, ਉਹਦੀ ਪ੍ਰਾਪਤੀ ਸੀ ਉਸ ਸੰਘਰਸ਼ ਦੀ। ਭਈ ਉਸ ਸੰਘਰਸ਼ ਦੇ ਵਿੱਚੋਂ ਜ਼ਾਲਮ ਦਾ ਨਾਸ਼ ਕਰਨ ਵਾਲੀਆਂ ਜੋੜੀਆਂ ਜੋੜੀਆਂ ਪੈਦਾ ਹੋਈਆਂ। ਤਾਂ ਇਹ ਆਪਣੇ ਇਤਿਹਾਸ ਵਾਲੇ ਪਾਸੇ ਧਿਆਨ ਰੱਖਿਓ। ਇਹ ਇਤਿਹਾਸ ਆਪਣੇ ਆਪ ਨੂੰ ਆਪ ਦਰਾਉਂਦਾ ਹੈ। ਨਾ ਤੇ ਉੱਥੇ ਕਿਸੇ ਮਾਂ ਭੈਣ ਨੇ ਕੋਈ ਕਮੀ ਛੱਡੀ, ਤੇ ਨਾ ਹੀ ਕਿਸੇ ਵੀਰ ਭਰਾ ਨੇ, ਤੇ ਨਾ ਹੀ ਕਿਸੇ ਮੇਰੇ ਬਜ਼ੁਰਗ ਨੇ। ਜੋ ਕੁਝ ਆਪਣੀ ਅੱਖਾਂ ਦੇ ਸਾਹਮਣੇ ਅਸੀਂ ਤੱਕਿਆ ਸੀ, ਬਹੁਤ ਮੇਰੀ ਕੋਸ਼ਿਸ਼ ਰਹੀ ਹੈ ਭਈ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਹਾਂਪੁਰਸ਼ਾਂ ਦੀਆਂ, ਜੋ ਅਸੀਂ ਨੇੜੇ ਹੋ ਕੇ ਦੇਖਿਆ ਸੀ, ਉਸ ਕੌਮੀ ਯੋਧੇ ਨੂੰ ਤੁਸੀਂ ਅੱਜ ਵੀ ਤੁਸੀਂ ਯਾਦ ਕਰਦੇ ਹੋ। ਅੱਜ ਵੀ ਉਹਦੀ ਫੋਟੋ ਜਿਹੜੀ ਉਹ ਹੁਕਮਰਾਨ ਨੂੰ ਰਾਤ ਨੀਂਦ ਹਰਾਮ ਕਰਦੀ ਆ, ਤੇ ਉਹਦੇ ਵਿੱਚ ਹੈ ਕੀ ਸੀ ਕਿ ਅਸੀਂ ਸਾਰੇ ਪਿੰਡਰਾਂ ਵਾਲੇ ਨਹੀਂ ਬਣ ਸਕਦੇ, ਕਿ ਅਸੀਂ ਕੌਮ ਨੂੰ ਹੋਰ ਪਿੰਡਰਾਂ ਵਾਲੇ ਨਹੀਂ ਦੇ ਸਕਦੇ। ਅਸੀਂ ਇੱਕੋ ਗੱਲ ਹੀ ਕਰਨੀ ਹੈ ਨਾ, ਅਸੀਂ ਗੁਰੂ ਦੇ ਅੱਗੇ ਸਰੈਂਡਰ ਹੀ ਕਰਨਾ ਹੈ ਨਾ। ਜਦੋਂ ਸਾਡੇ ਕੋਲ ਆਪਣਾ ਕੁਝ ਹੈ ਹੀ ਨਹੀਂ, ਤੇ ਫਿਰ ਅਸੀਂ ਤੇਰਾ ਤੁਝ ਕੋ ਸੌਂਪਤੇ ਹੀ ਕਹਿਣਾ ਹੈ ਨਾ। ਤਾਂ ਇੰਨਾ ਨਹੀਂ ਕਰ ਸਕਦੇ ਅਸੀਂ ਕਿੰਨਾ ਚਿਰ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਰਵਾਂਗੇ, ਅਸੀਂ ਧਰਨਿਆਂ ਤੇ ਮੁਜ਼ਾਹਰਿਆਂ ਦਾ ਅਸੀਂ ਹਿੱਸਾ ਬਣੇ ਰਵਾਂਗੇ, ਸੜਕਾਂ ਤੇ ਰੋਲਦੇ ਰਵਾਂਗੇ। ਸਾਡੀਆਂ ਧੀਆਂ ਭੈਣਾਂ, ਸਾਡੇ ਬੱਚੇ ਰੋਜ਼ ਮੌਤ ਲਾੜੀ ਨੂੰ ਵਿਆਹੁੰਦੇ ਰਹਿਣਗੇ। ਮੇਰੀ ਇਹ ਬੇਨਤੀ ਆ ਭਾਈ, ਅਸੀਂ ਗੁਲਾਮ ਆ, ਸਾਨੂੰ ਗੁਲਾਮੀ ਦਾ ਅਹਿਸਾਸ ਤਾਂ ਸੰਤ ਬਾਬਾ ਜਰਨੈਲ ਸਿੰਘ ਨੇ ਕਰਵਾ ਦਿੱਤਾ ਸੀ। ਤਾਂ ਅਗਲੀ ਗੱਲ, ਅੱਗੇ ਤੁਸੀਂ ਯਾਤਰਾ ਜਾਰੀ ਰੱਖਣੀ ਹੈ ਵੀਰੋ। ਅੱਗੇ ਤੁਸੀਂ ਆਪਣੀ ਜਵਾਨੀ ਨੂੰ ਸੰਭਾਲਣਾ ਹੈ, ਜਵਾਨੀ ਨੂੰ ਲਾਭਬੰਦ ਕਰਨਾ ਹੈ। ਤੁਹਾਡਾ ਰੋਜ਼ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ, ਤੁਹਾਡੀ ਜਵਾਨੀ ਦੀ ਖੂਨ ਦੀ ਹੋਲੀ ਖੇਡੀ ਜਾ ਰਹੀ ਆ। ਤੇ ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਵੀ ਅਸੀਂ ਯਤਨ ਕਰਨਾ ਹੈ ਤੇ ਇਹਨਾਂ ਦਾ ਸਹੀ ਮਾਰਗਦਰਸ਼ਨ ਕਰਨਾ ਹੈ। ਸਭ ਤੋਂ ਪਹਿਲੇ ਵੱਡੀ ਗੱਲ ਇਹ ਹੈ ਕਿ ਕੌਮਾਂ ਜਿਹੜੀਆਂ ਗੁਲਾਮ ਹੁੰਦੀਆਂ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਤੁਸੀਂ ਜਿੰਨਾ ਮਰਜ਼ੀ ਰੌਲਾ ਪਾਓ, ਜਿੰਨਾ ਮਰਜ਼ੀ ਚਿੱਕੀ ਜਾਓ, ਜਿੰਨੇ ਮਰਜ਼ੀ ਇਹਨਾਂ ਨੂੰ ਤੁਸੀਂ ਕਾਨੂੰਨ ਪੜ੍ਹ ਇਹਨਾਂ ਦੇ ਅੱਗੇ ਰੱਖੋ ਭਈ ਆਹ ਤੂੰ ਦੇਖੋ ਤੁਸੀਂ ਫਲਾਣਾ ਛੱਡ ਦਿੱਤਾ, ਗੈਰ ਕਾਨੂੰਨੀ ਢੰਗ ਦੇ ਨਾਲ ਢਿਗੜਾ ਛੱਡ ਦਿੱਤਾ। ਤਾਂ ਮੈਂ ਹੈਰਾਨ ਆ ਭਈ ਇਹ ਦੇਖੀ ਇਹ ਲੋਕ, ਇਹਨਾਂ ਨੂੰ ਪਤਾ ਨਹੀਂ ਦਾ ਕਾਨੂੰਨ ਹੈ ਕੀ ਆ। ਜਿਹਨਾਂ ਲੋਕਾਂ ਨੇ ਕਾਨੂੰਨ ਬਣਾਏ, ਭਾਰਤੀ ਸੰਵਿਧਾਨ ਸਾਨੂੰ ਸਿੱਖ ਹੀ ਨਹੀਂ ਮੰਨਦਾ, ਸਾਨੂੰ ਵੱਖਰੀ ਕੌਮ ਹੀ ਨਹੀਂ ਮੰਨਦਾ, ਤੇ ਫਿਰ ਅਸੀਂ ਇਨਸਾਫ ਕਿਹਦੇ ਕੋਲ ਮੰਗ ਰਹੇ ਆ। ਜਦੋਂ ਰਾਜ ਭਾਗ ਖੁੱਸ ਜਾਵੇ ਜਿਹੜਾ ਕੌਮਾਂ ਦਾ, ਉਹਨਾਂ ਦਾ ਲੱਕ ਟੁੱਟ ਜਾਂਦਾ ਹੈ। ਅਸੀਂ ਰਾਜੇ ਸੀ, ਸਾਡਾ ਰਾਜ ਭਾਗ ਸੀ, ਤੇ ਕਿੱਥੋਂ ਤੱਕ ਸੀ ਕਿਸ ਬੱਚੇ ਨੂੰ ਅੱਜ ਨਹੀਂ ਪਤਾ। ਸਾਰੇ ਬੱਚਿਆਂ ਨੇ ਪੜ੍ਹ ਲਿਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਰਾਜ ਭਾਗ ਥਾਲੀ 'ਚ ਰੱਖ ਕੇ ਕੋਈ ਨਹੀਂ ਦਿੰਦਾ ਹੁੰਦਾ। ਰਾਜ ਭਾਗ ਲਏ ਜਾਂਦੇ ਨੇ, ਆਪਣੇ ਹੱਕ ਲਏ ਜਾਂਦੇ ਨੇ, ਖੋਏ ਜਾਂਦੇ ਨੇ। ਕੋਈ ਥਾਲੀ 'ਚ ਧਰ ਕੇ ਨਹੀਂ ਦੇਣਾ ਕਿਸੇ ਨੂੰ। ਇਨਸਾਫ ਮੰਗਣ ਨਾਲ ਨਹੀਂ ਮਿਲਣਾ, ਇਨਸਾਫ ਲੈਣਾ ਪੈਣਾ ਹੈ। ਜਿੱਦਾਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਦਾ ਹਿਸਾਬ ਕਿਤਾਬ ਕੀਤਾ ਨਾ, ਏਦਾਂ ਚੜ੍ਹਦੀ ਕਲਾ ਦੇ ਵਿੱਚ ਜਾਰੀ ਰੱਖੋ।
ਨਾਲ ਆਪ ਇਨਸਾਫ ਕਰ ਲਓ। ਤੁਹਾਨੂੰ ਕਿਸੇ ਨੇ ਇਨਸਾਫ ਨਹੀਂ ਦੇਣਾ। ਅਸੀਂ ਗੁਲਾਮ ਹਾਂ ਜਿੰਨੀ ਦੇਰ ਤੱਕ ਅਸੀਂ ਗੁਲਾਮੀ ਦੀ ਕੋਈ ਨਹੀਂ ਮੰਨੀ ਮਾਨ ਸਿੰਘ ਪੰਨੂ ਇਮਾਨਦਾਰ ਹੈ, ਵਿਚਾਰਾ IAS ਵੀ ਬਹੁਤ ਇਮਾਨਦਾਰ ਨੇ। ਪਰ ਇਹ ਜਿਹੜੇ ਸਾਡੇ ਸਿੱਖ ਹੈ ਬਾਦਲ ਵਰਗੇ ਜਾਂ ਜਿਹੜੇ ਹੋਰ ਉਹਨਾਂ ਦੇ ਬਾਦੇ ਥੱਲੇ ਹੈ, ਉਹ ਅੱਜ ਕੱਲ੍ਹ ਬਦਲੀਆਂ ਦੇ ਕਾਂਗਰਸ ਸਰਕਾਰ ਦੇ ਵਿੱਚ ਵੀ ਲੱਖਾਂ ਰੁਪਏ ਲੋਕ ਦੇਣ ਨੂੰ ਤਿਆਰ ਹੈ। 10,000 ਰੁਪਏ ਪਿੱਛੇ ਕੋਈ ਫਿਰੋਜ਼ਪੁਰ ਲਾਇਆ ਹੋਇਆ, ਕੋਈ ਗੁਰਦਾਸਪੁਰ ਲਾਇਆ ਹੋਇਆ, ਨਾਲ ਸਾਲ ਡੇਢ ਸਾਲ ਦਾ ਬੱਚਾ ਚੱਕੀ ਫਿਰਦੀਆਂ ਨੇ ਲੜਕੀਆਂ, ਉਹਨਾਂ ਦੇ ਨਾਲ ਮਾਂ ਪਿਓ ਉੱਥੇ ਜਾ ਕੇ ਕਾਫਲਾ ਹਰ ਤਰ੍ਹਾਂ ਦੇ ਲੋਕ ਇੱਥੋਂ ਮੀਡੀਆ ਵਾਲੇ ਵੀਰ ਵਿਖਾ ਸਕਦੇ ਨੇ ਕਿ ਇਹ ਸੱਤਵਾਦੀਆਂ ਦਾ ਕਾਫਲਾ ਇੱਥੇ ਸੱਤਵਾਦੀਆਂ ਲਈ ਆਇਆ ਹੋਇਆ ਹੈ, ਕਿਉਂਕਿ ਉਹਨਾਂ ਨੇ ਕਿਸੇ ਤੇ ਹਮਲਾ ਨਹੀਂ ਕੀਤਾ, ਕਿਸੇ ਤੇ ਕੋਈ ਧੱਕਾ ਨਹੀਂ ਕੀਤਾ। ਹਾਂ, ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ, ਪ੍ਰਸ਼ਾਸਨ ਸ਼ੀਰੀ ਬਣ ਕੇ ਰਹਿ ਜਾਂਦਾ ਹੈ, ਅਦਾਲਤਾਂ ਕੇਵਲ ਗੇੜੇ ਮਰਵਾਉਂਦੀਆਂ ਨੇ, ਤਰੀਕਾਂ ਤੋਂ ਸਿਵਾਏ ਦਿੰਦੀਆਂ ਕੱਖ ਨਹੀਂ, ਉਦੋਂ ਫਿਰ ਇਨਸਾਫ ਲੈਣ ਵਾਲਾ ਅਖੀਰੀ ਉਹਦੇ ਕੋਲ ਹਥਿਆਰ ਇੱਕੋ ਰਹਿ ਜਾਂਦਾ ਹੈ, ਉਹਦਾ ਹੱਥ ਇਸ ਕਿਰਪਾਨ ਦੀ ਮੁੱਠ ਤੇ ਚਲਿਆ ਜਾਂਦਾ ਹੈ, ਜਿਹਨੂੰ ਚੂਕਾ ਰਾਜਾ ਹਮਾ ਹੀਲ ਤੇ ਦਰ ਗੁਰਸ਼ਤ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ। ਇੱਥੇ ਕਸੂਰ ਸਿੰਘਾਂ ਦਾ ਨਹੀਂ, ਕਸੂਰ ਬੇਈਮਾਨ ਸਰਕਾਰਾਂ, ਬੇਈਮਾਨ ਪ੍ਰਸ਼ਾਸਨ ਤੇ ਬੇਈਮਾਨ ਉਹ ਲੋਕ ਜਿਹੜੇ ਤਰੀਕਾਂ ਤੋਂ ਸਿਵਾਏ ਦੇ ਕੁਝ ਨਹੀਂ ਸਕੇ, ਬੇਇਨਸਾਫੀ ਕਰ ਗਏ। ਅੱਜ ਦਾ ਮਾਰਚ ਇਹ ਆਖਣ ਆਇਆ ਹੈ ਗਵਰਨਰ ਸਾਹਿਬ, ਜੇ ਕੁਰਸੀ ਤੇ ਬਹਿ ਕੇ ਰਾਜ ਕਰਨ ਨੂੰ ਹੱਕ ਸਮਝਦੇ ਹੋ, ਇਨਸਾਫ ਕਰਨਾ ਫਰਜ਼ ਬਣਾਓ। ਦੂਜੀ ਗੱਲ ਇਹ ਕਹਿਣ ਆਇਆ ਹੈ, ਜੇ 3 ਪੜ੍ਹੇ ਮੰਤਰੀਆਂ ਦੀ ਗੁਲਾਮੀ ਕਰੋਗੇ ਤੇ ਤੁਹਾਡੀਆਂ ਪੜ੍ਹਾਈਆਂ ਦਾ, ਤੁਹਾਡੀਆਂ ਗਵਰਨਰੀਆਂ ਦਾ ਫਾਇਦਾ ਕੋਈ ਨਹੀਂ ਜੀ। ਵਾਕਈ ਲੋਕਾਂ ਦੇ ਹੱਕਾਂ ਦੇ ਕਤਲ ਹੋਣਗੇ, ਨੇਤਾ ਨੀਤੀ ਦੀ ਰਾਖੀ ਹੋਵੇਗੀ, ਕਿਉਂਕਿ IAS ਲੌਬੀ ਨੂੰ ਚਾਹੀਦਾ ਹੈ 30 ਸਾਲ ਪੜ੍ਹਾਈ ਕਰਕੇ ਸਿਸਟਮ ਦਾ ਹਿੱਸਾ ਬਣਨਾ, ਨਾ ਕਿ ਲੱਖ ਰੁਪਏ ਦੀ ਨੌਕਰੀ ਪਿੱਛੇ ਸਾਰੀ ਉਮਰ ਗੁਲਾਮੀ ਕਰਨੀ। ਇਨਸਾਫ ਦਾ, ਕਾਨੂੰਨ ਦਾ ਗਲ ਘੁੱਟਣਾ ਤੇ 3 ਪੜ੍ਹੇ ਮੰਤਰੀਆਂ ਦੀ ਜੀ ਹਜ਼ੂਰੀ ਕਰਨੀ। ਇਹ ਹੁਣ IAS ਲੌਬੀ ਨੂੰ ਸੋਚਣ ਦੀ ਜ਼ਰੂਰਤ ਹੈ। LLP ਹੋਣ, ਸਾਰੇ ਜਿੰਨੇ ਸੱਜਣ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਭ ਕਾਹੇ ਦਾ ਹੱਲ IAS ਲੌਬੀ ਸਿਸਟਮ ਬਣੇ, ਲੋਕਾਂ ਨਾਲ ਇਨਸਾਫ ਹੋਵੇ, ਇਨਸਾਫ ਦਾ ਕਤਲ ਨਾ ਹੋਵੇ। ਬਟਾਲਾ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਂ ਬਸ ਸਿਰਫ ਇੱਕੋ ਹੀ ਗੱਲ ਹੋਰ, ਜਿੱਦਾਂ ਆਪਾਂ ਨਾ ਕਈ ਵਾਰ ਕਹਿੰਦੇ ਆ ਵੀ ਤੁਸੀਂ ਖੁਦ ਕਹੀ ਆ ਗੱਲ ਵੀ ਜਿਹੜੇ 3 ਪੜ੍ਹੇ ਹੈਗੇ ਆ, ਡਿਗਰੀਆਂ ਲੈ ਕੇ ਜਿਹੜੇ ਬੈਠੇ ਹੋ ਵੱਡੇ ਵੱਡੇ ਅਹੁਦਿਆਂ ਦੇ ਉੱਪਰ, ਉਹਨਾਂ ਨੂੰ ਚਲਾ ਰਹੇ ਆ IPS। ਮੈਂ ਕਹਿੰਦਾ ਕਿ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਬਣ ਜਾਂਦੇ ਹੋ ਤਦ ਵੀ ਚਲਾਉਂਦੇ ਤਾਂ ਆਹੀ ਆ ਨਾ ਜੀ, ਸਾਰੇ ਸਿਸਟਮ ਨੂੰ, ਉਹਨਾਂ ਦੇ ਹੱਥ ਵਿੱਚ ਹੀ ਕੁਝ ਨਹੀਂ ਹੈਗਾ। ਸੋ ਇਹਦੇ ਵਿੱਚੋਂ ਮੈਨੂੰ ਇਹ ਗੱਲ ਲੱਗਦੀ ਆ, ਪਤਾ ਵੀ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੈਗੀ ਆ, ਮੁਲਕ ਜਿਨ੍ਹਾਂ ਦੇ ਹੱਥ ਵਿੱਚ ਆ, ਸੱਭਿਆਚਾਰ ਵੀ ਉਹਨਾਂ ਦੇ ਫੈਲਦੇ ਆ ਤੇ ਰਾਜ ਸਾਰਾ ਕੁਝ ਹੀ ਉਹਨਾਂ ਦਾ। ਤੁਹਾਡੇ ਕੋਲ ਹੈ ਹੀ ਕੱਖ ਨਹੀਂ। ਜੇ ਤੁਸੀਂ IPS ਬਣ ਵੀ ਜਾਂਦੇ ਹੋ, ਤੁਹਾਡੇ ਨੌਜਵਾਨ, ਤਦ ਵੀ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ ਹੋ। ਤੁਹਾਡਾ ਰਾਸ਼ਟਰਪਤੀ ਸੀਗਾ, ਗਿਆਨੀ ਲਫ਼ਜ਼ ਵੀ ਲੱਗਦਾ ਸੀਗਾ, ਉਹ ਦਰਬਾਰ ਸਾਹਿਬ ਤੇ ਹਮਲਾ ਨਹੀਂ ਰੁਕਵਾ ਸਕਿਆ। ਸੋ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੇ ਰਾਜ ਭਾਗ ਹੋਣ ਤਾਂ ਤੁਸੀਂ ਇੱਦਾਂ ਦੇ 36 IPS ਅਫੀਸਰ ਖਰੀਦ ਕੇ ਆਪਣੀ ਸਰਕਾਰ 'ਚ ਰੱਖ ਸਕਦੇ ਹੋ। ਵੇਖੋ ਜੀ, ਰਾਜਨੀਤੀ ਦੇ ਵਿੱਚ ਜਦੋਂ IAS ਵਾਲਾ ਬੰਦਾ ਲੱਖ ਰੁਪਏ ਦੀ ਨੌਕਰੀ ਪਿੱਛੇ ਗੁਲਾਮ ਬਣਦਾ ਹੈ ਤੇ ਰਾਜਨੀਤੀ ਦੀ ਹੀ ਜੀ ਹਜ਼ੂਰੀ ਕਰਦਾ ਹੈ। ਪਰ ਸਿੱਖ ਨੀਤੀ ਵਾਲਾ ਬੰਦਾ ਜਦੋਂ ਸਿੱਖ ਨੀਤੀ ਤਹਿਤ ਜਿਹੜੀ ਮੀਰੀ ਪੀਰੀ ਨੇ ਦਿੱਤੀ, ਉਹ ਰਾਜਨੀਤੀ ਨਹੀਂ, ਉਹ ਸਿੱਖ ਨੀਤੀ ਹੈ। ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ, ਉਹ ਉੱਪਰ ਦੀ ਗੱਲ ਹੈ, ਥੱਲੇ ਵਾਲੀ ਨਹੀਂ। ਸਿੱਖ ਨੀਤੀ ਤਹਿਤ ਚਾਹੇ ਉਹ IAS ਹੋਵੇ ਤੇ ਚਾਹੇ ਉਹ ਸ਼ੇਰੇ ਪੰਜਾਬ ਹੋਵੇ, ਸ਼ੇਰੇ ਪੰਜਾਬ ਦੀ ਕਚਹਿਰੀ 'ਚ ਦਾਣੇ ਛੱਡਣ ਜਾਂਦੇ ਨੇ, ਲੁੱਟਣ ਨਹੀਂ ਜਾਂਦੇ। ਸ਼ੇਰੇ ਪੰਜਾਬ ਦੀ ਕਚਹਿਰੀ 'ਚ ਤਰੀਕਾ ਨਹੀਂ, ਇਨਸਾਫ ਹੈ। ਸ਼ੇਰੇ ਪੰਜਾਬ ਦੀ ਕਚਹਿਰੀ 'ਚ ਫਾਂਸੀ ਨਹੀਂ, ਲੋਕਾਂ ਨੂੰ ਜ਼ਿੰਦਗੀ ਦਿੱਤੀ ਜਾਂਦੀ ਹੈ। ਇਸ ਲਈ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਹੈ, ਸਿੱਖ ਨੀਤੀ ਨੂੰ ਸਮਝੀਏ, ਸਿੱਖ ਨੀਤੀ ਨੂੰ ਅਪਣਾਈਏ। ਆ ਰਾਜਨੀਤੀ ਤਾਂ ਤੁਹਾਡੀ ਜੁੱਤੀ ਦੀ ਉਹ ਧੂੜ ਵੀ ਨਹੀਂ ਭਾਈ, ਇਹ ਤੇ ਨੇਤਾ ਨੀਤੀ ਹੈ ਰਾਜਨੀਤੀ। ਸਿੱਖ ਨੀਤੀ ਲੋਕ ਨੀਤੀ ਹੈ। ਅੱਜ ਉਹ ਸਿੱਖ ਨੀਤੀ ਜੇ ਕਿਧਰੇ IAS ਲੌਬੀ ਪਹਿਲਾਂ ਅਪਣਾਵੇ, ਉਦੋਂ ਬਾਅਦ IAS ਲੌਬੀ ਜਿਹੜੀ ਹੈ ਸਿਸਟਮ ਬਣੇ, ਨਾ ਕਿ ਉਹ 3 ਪੜ੍ਹਿਆਂ ਦੀ ਜੀ ਹਜ਼ੂਰੀ ਕਰਦੀ ਫਿਰੇ। ਮੈਂ ਫਿਰ ਉੱਥੇ ਆ ਜਾਣਾ ਆ, ਸਿੱਖ ਨੀਤੀ ਲਿਆਓ ਤੇ ਪੰਥ ਨੂੰ ਸੁਣਾਓ। ਸ਼ੇਰੇ ਪੰਜਾਬ ਨੂੰ ਤੇ 47 ਦੇਸ਼ਾਂ ਦੇ ਲੋਕ ਕਹਿੰਦੇ ਨੇ ਤੇਰੇ ਵਰਗਾ ਰਾਜਾ ਕੋਈ ਨਹੀਂ। ਇਹ ਤੁਹਾਡੀ ਸਿੱਖ ਨੀਤੀ ਦੀ ਮਿਸਾਲ ਸੀ, ਨਾ ਕਿ ਰਾਜਨੀਤੀ ਦੀ, ਕਿਉਂਕਿ ਰਾਜਨੀਤੀ ਰਾਜੇ ਸ਼ੀ ਮੁਕੱਦਮ ਕੁੱਤੇ ਤੇ ਸਿੱਖ ਨੀਤੀ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਸ ਲਈ ਸਿੱਖ ਨੌਜਵਾਨ ਸਿੱਖ ਨੀਤੀ ਨੂੰ ਅਪਣਾਉਣਗੇ, IAS ਤੇ ਸਿਸਟਮ ਵੀ ਉਹੀ ਹੋਣਗੇ।
ਨਾਲ ਮੋਢਾ ਲਾ ਕੇ ਸਾਨੂੰ ਬਰਗਾੜੀ ਦੇ ਵਿੱਚ ਪੂਰਾ ਸਾਥ ਦਿੱਤਾ। ਪਰ 5 ਮੈਂਬਰੀ ਕਮੇਟੀ ਸਰਕਾਰ ਦੇ ਨਾਲ ਮੀਟਿੰਗ ਕਰਕੇ ਉਹ ਤੋਂ ਬਾਅਦ ਸਾਨੂੰ ਕੀ ਮਿਲਿਆ, ਦੁਬਾਰੇ ਮੋਰਚੇ ਲਾਣੇ ਪੈ ਗਏ। ਉਦੋਂ ਮੋਰਚੇ ਦੀ ਵੱਡੀ ਪ੍ਰਾਪਤੀ ਹੋਣ ਵਾਲੀ ਸੀ। ਇਸੇ ਕਰਕੇ ਮੈਂ ਆਗੂਆਂ ਨੂੰ, ਪ੍ਰਬੰਧਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇ ਅੱਜ ਕੌਮ ਜਾਗੀ ਹੋਈ ਹੈ, ਕੌਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਬੜਿਆ ਜ਼ਾਲਮਾਂ, ਬੜਿਆ ਬਾਦਸ਼ਾਹ, ਬੜਾ ਜ਼ੋਰ ਲਾਇਆ, ਅਸੀਂ ਨਹੀਂ ਮੁੱਕੇ। ਅੱਖਾਂ ਸਾਹਮਣੇ ਮਾਵਾਂ ਦੇ ਪੁੱਤ ਵੱਡੇ, ਬੜਾ ਤੇਲ ਪਾਇਆ, ਅਸੀਂ ਨਹੀਂ ਮੁੱਕੇ। ਜ਼ਖਮਾਂ ਸਾਡਿਆਂ ਤੇ ਮਿਰਚਾਂ ਨੂਰ ਪਾਇਆ, ਉਹ ਵੀ ਦੌਰ ਆਇਆ, ਅਸੀਂ ਨਹੀਂ ਮੁੱਕੇ। ਸਾਨੂੰ ਮੁੱਕਦੇ ਆਪ ਮਕਾਉਣ ਵਾਲੇ ਹੁਣ ਤੇ ਡਰਨ ਡਰਾਉਣ ਦੀ ਗੱਲ ਹੀ ਨਹੀਂ। ਜਦੋਂ ਗਿਣਤੀ ਦੇ ਸਾਂ ਉਦੋਂ ਨਹੀਂ ਮੁੱਕੇ, ਹੁਣ ਤੇ ਮੁੱਕਣ ਮਕਾਉਣ ਦੀ ਥੋੜੇ ਵੱਲ ਇਸ਼ਾਰਾ ਕਰਕੇ ਬਾਜਾਂ ਵਾਲਾ ਕਹਿ ਗਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸਤਚਾਰ, ਚਾਰ ਮੂਹੇ ਤੋਂ ਕਿਆ ਬਿਆ ਜੀਵਤ ਕਈ ਹਜ਼ਾਰ। ਅੱਜ ਜੋ ਤੁਸੀਂ ਜੋ ਬੋਲੋ ਅੱਜ ਜੋ ਤੁਸੀਂ ਜਾਗੇ ਹੋ ਤੇ ਕੌਮੀ ਹੱਕ ਲੈ ਕੇ ਮੁੜੋ। ਅੱਜ ਦੇ ਜਾਗੇ ਹੋ, ਜਿਵੇਂ ਇੱਥੋਂ ਸਟੇਜ ਤੋਂ ਅਨਾਉਂਸ ਹੋ ਚੁੱਕਿਆ ਕਿ ਜੇ ਪੱਕਾ ਮੋਰਚਾ ਵੀ ਲੈਣਾ ਪਿਆ, ਪੱਕੇ ਮੋਰਚੇ ਦੇ ਲਈ ਵੀ ਕੌਮ ਤੁਹਾਡੇ ਨਾਲ ਮੋਢਾ ਲਾ ਕੇ ਖੜੀ ਹੈ। ਅਸੀਂ ਚੰਡੀਗੜ੍ਹ ਦੇ ਵਸਿੰਦੇ, ਅਸੀਂ ਇੱਥੋਂ ਦੇ ਲੋਕਲ ਵਸਨੀਕ ਤੁਹਾਡੇ ਨਾਲ ਮੋਢਾ ਲਾ ਕੇ ਖੜੇ ਆ। ਸਾਰੇ ਵੀਰਾਂ ਭੈਣਾਂ ਭਰਾਵਾਂ ਦਾ, ਸਾਡੇ ਮਾਤਾ ਪ੍ਰੀਤਮ ਕੌਰ ਜੀ ਖੜੇ ਨੇ, ਜਿਨ੍ਹਾਂ ਦਾ ਸੰਘਰਸ਼ ਬੜਾ ਵੱਡਾ ਰਿਹਾ ਹੈ। ਬਹੁਤ ਸਾਰੇ ਸੰਘਰਸ਼ੀ ਇਹਦੇ ਖੜੇ ਨੇ, ਸਭ ਦਾ ਧੰਨਵਾਦ। ਜ਼ਿਆਦਾ ਸਮਾਂ ਨਾ ਲਾਵਾਂ ਕਿਉਂਕਿ ਸੰਗਤ ਬੜੀ ਖੜੀ ਹੈ। ਸਾਰੇ ਬੁਲਾਰਿਆਂ ਨੇ ਬੋਲਣਾ, ਹੋਈਆਂ ਭੰਗਾਂ ਚੁੱਕਿਆਂ ਦੀ ਖਿਮਾ। ਬੰਦੀ ਸਿੰਘ ਬੰਦੀ ਸਿੰਘ ਬੰਦੀ ਸਿੰਘ ਵੀਰ ਜਗਤਾਰ ਸਿੰਘ ਹਵਾਰਾ, ਵੀਰ ਜਗਤਾਰ ਸਿੰਘ ਹਵਾਰਾ, ਬੋਲੇ ਸੋਨਹਾਲ। ਮਾਤਾ ਪ੍ਰੀਤਮ ਕੌਰ ਜੀ ਹੁਣ ਤੁਹਾਨੂੰ ਦੋ ਸ਼ਬਦ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੱਪ ਬਾਈ, ਮਾਤਾ ਬੋਲਣਾ। ਬੱਚਿਓ ਵੀਰੋ, ਪ੍ਰਯਾਸ ਕੀਤੇ ਬੜੀ ਜ਼ਬਰ ਤੇ ਸਬਰ ਨਾਲ। ਇਸ ਵਾਸਤੇ ਸਾਡੀ ਬੇਨਤੀ ਪ੍ਰਵਾਨ ਕਰੋ, ਕਿਸੇ ਪ੍ਰਕਾਰ ਦਾ ਸਾਨੂੰ ਧੱਕਾ ਨਾ ਕਰੋ। ਅਸੀਂ ਸ਼ਾਂਤੀ ਦੇ ਪੁਜਾਰੀ ਹਾਂ, ਸ਼ਾਂਤੀ ਦੀ ਗੱਲ ਪਹਿਲਾਂ ਕਰਦੇ ਆ, ਬਾਅਦ ਚ ਅਸੀਂ ਕ੍ਰਾਂਤੀ ਦੀ ਗੱਲ ਵੀ ਕਰਦੇ ਆ। ਬੋਲੇ ਸੋਨਿਹਾਲ। ਸਾਡੇ ਕੋਲ ਦੇਗ ਵੀ ਹੈ, ਦੇਗ ਵੀ ਹੈ। ਦੇਗ ਦੀ ਗੱਲ ਮਿਸਟਰ ਟਰੰਪ ਵੀ ਕਰ ਰਿਹਾ ਹੈ ਕਿ ਪੂਰੇ ਵਰਲਡ 'ਚ, ਸੰਸਾਰ 'ਚ ਗੁਰਦੁਆਰੇ ਹੋਣੇ ਚਾਹੀਦੇ ਨੇ, ਖਾਲਸੇ ਨਿਸ਼ਾਨ ਸੇ ਝੁਲਣੇ ਚਾਹੀਦੇ ਨੇ। ਸਾਰਾ ਸੰਸਾਰ ਸਾਡੇ ਨਾਲ ਹੈ ਕਿਉਂਕਿ ਅਸੀਂ ਗੱਲ ਹੀ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ। ਫਿਰ ਅੱਜ ਹੀ ਅਪੀਲ ਕਰਨ ਆਏ ਆ ਕਿ ਸਾਡੀ ਇੱਥੇ ਕਿਸੇ ਪ੍ਰਕਾਰ ਦਾ ਧੱਕਾ ਨਾ ਕੀਤਾ ਜਾਏ, ਜ਼ੁਲਮ ਨਾ ਕੀਤਾ ਜਾਏ। ਅਸੀਂ ਜ਼ੁਲਮ ਸਹਾਰ ਨਹੀਂ ਸਕਦੇ। ਬੋਲੇ ਸੋਨਿਹਾਲ। क्योंकि गुरु कलगीधर पातशाह बचन पुकार अल्लाह हमें हिलते दर गुजश्त हलाल गुदन व शमशीर दस्त सारे इस वास्ते आने ना ਇਹ ਜ਼ਾਲਮ ਸਰਕਾਰ ਆਲੇ ਨਾ ਸਿੰਘਾਂ ਨਾਲ ਜਿਹੜਾ ਅੜਿਆ ਝੜਿਆ ਏ। ਇੱਥੇ ਅਹਿਮਦ ਸ਼ਾਹ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ, ਚੱਕਰੀਆ ਖਾਰਗੇ, ਇੱਥੇ ਇੰਦਰਾ ਗਾਂਧੀ ਝੜ ਗਈ। ਇਸ ਵਾਸਤੇ ਅਸੀਂ ਜ਼ਾਲਮ ਸਰਕਾਰ ਨੂੰ ਅੱਜ ਹੀ ਬੇਨਤੀ ਕਰਦੇ ਹਾਂ, ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਅਸੀਂ ਅਪੀਲ ਕਰਦੇ ਪਿਆ ਜੇ, ਅਪੀਲ ਕਰਦੇ ਪਿਆ, ਇਸ ਵਾਸਤੇ ਆਏ ਆ।
Thank you.